ਗੁੱਡ ਮਾਰਨਿੰਗ ਸਟੂਡੈਂਟਸ। ਅਸੀਂ ਰਾਜੇ ਅਲਾਉਦੀਨ ਖਿਲਜੀ ਬਾਰੇ ਪੜ੍ਹ ਰਹੇ ਸੀ, ਜਿਸ ਦੇ ਵਿੱਚ ਅਸੀਂ ਉਸਦੀ ਉੱਤਰੀ ਭਾਰਤ ਦੀਆਂ ਜਿੱਤਾਂ ਬਾਰੇ ਕੱਲ੍ਹ ਕੀਤਾ ਸੀ। ਅੱਜ ਅਸੀਂ ਕਰਾਂਗੇ ਦੱਖਣੀ ਭਾਰਤ ਦੀਆਂ ਜਿੱਤਾਂ, ਜਿਸ ਦੇ ਵਿੱਚ ਹੈ ਕਿ ਦੇਵਗਿਰੀ ਦੀ ਜਿੱਤ ਜੋ ਉਸਨੇ 1306 ਦੇ ਵਿੱਚ ਪ੍ਰਾਪਤ ਕੀਤੀ। 1306 ਦੇ ਵਿੱਚ ਜੋ ਸੁਲਤਾਨ ਸੀ ਅਲਾਉਦੀਨ ਖਲਜੀ, ਉਸਨੇ ਮਲਕ ਕਾਫੂਰ ਨੂੰ ਦੇਵਗਿਰੀ ਦਾ ਜਿਹੜਾ ਸ਼ਾਸਕ ਸੀ ਰਾਮ ਚੰਦਰ ਦੇਵ, ਉਸ ਦੇ ਵਿਰੋਧ ਦੇ ਵਿੱਚ ਹਮਲਾ ਕਰਨ ਦਾ ਹੁਕਮ ਦਿੱਤਾ ਸੀ। ਜੋ ਜਲਾਲੂਦੀਨ ਸੀ ਉਸ ਦੇ ਰਾਜਕਾਲ ਦੇ ਵਿੱਚ ਅਲਾਉਦੀਨ ਨੇ ਆਪ ਰਾਮ ਚੰਦਰ ਨੂੰ ਹਰਾਇਆ ਸੀ। ਉਸ ਤੋਂ ਹਰ ਸਾਲ ਹਰਾ ਕੇ ਉਸਨੂੰ ਹਰ ਸਾਲ ਕਰ ਲੈਣ ਦਾ ਵਚਨ ਕਰ ਲਿਆ ਸੀ। ਕਈ ਸਾਲਾਂ ਤੱਕ ਤਾਂ ਜਿਹੜਾ ਰਾਮ ਚੰਦਰ ਹੈ ਉਹ ਅਲਾਉਦੀਨ ਖਲਜੀ ਨੂੰ ਕਰ ਭੇਜਦਾ ਰਿਹਾ, ਪਰ 1303 ਈਸਵੀ ਤੋਂ ਲੈ ਕੇ 1306 ਈਸਵੀ ਤੱਕ 3 ਸਾਲ ਲਗਾਤਾਰ ਹੀ ਰਾਮ ਚੰਦਰ ਨੇ ਅਲਾਉਦੀਨ ਖਲਜੀ ਨੂੰ ਕਰ ਨਾ ਦਿੱਤਾ। ਇਸ ਦੇ ਲਈ ਜਿਹੜਾ ਅਲਾਉਦੀਨ ਖਲਜੀ ਹੈ ਉਸਨੇ ਰਾਮ ਚੰਦਰ ਦੇ ਵਿਰੁੱਧ ਹੈ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਇਲਾਵਾ ਉਸਨੇ ਗੁਜਰਾਤ ਦਾ ਜੋ ਸ਼ਾਸਕ ਸੀ ਕਰਨਦੇਵ ਅਤੇ ਉਸ ਦੀ ਪੁੱਤਰੀ ਸੀ ਦੇਵਲ ਦੇਵੀ ਨੇ ਦੇਵਗਿਰੀ ਵਿੱਚ ਸ਼ਰਨ ਲਈ ਹੋਈ ਸੀ, ਅਤੇ ਕਾਫਰ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਦੇਵਲ ਦੇਵੀ ਨੂੰ ਪ੍ਰਾਪਤ ਕਰਕੇ ਸ਼ਾਹੀ ਹਰਮ ਦੇ ਵਿੱਚ ਪਹੁੰਚਾ ਦੇਵੇ, ਕਿਉਂਕਿ ਜਿਹੜਾ ਦੇਵਲ ਦੇਵੀ ਦੀ ਮਾਤਾ ਸੀ ਕਮਲਾ ਦੇਵੀ ਜੋ ਅਲਾਉਦੀਨ ਦੀ ਮਲਕਾ ਬਣ ਗਈ ਸੀ, ਉਸ ਦੇ ਵਿਛੋੜੇ ਵਿੱਚ ਉਹ ਉਦਾਸ ਹੋ ਗਈ ਸੀ। ਤਾਂ ਇਸ ਤੋਂ ਬਾਅਦ ਇੱਕ ਵਿਸ਼ਾਲ ਸੈਨਾ ਸਹਿਤ ਜੋ ਮਲਕ ਕਾਫੂਰ ਹੈ ਉਸਨੇ ਗੁਜਰਾਤ ਵੱਲੋਂ ਦੱਖਣ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਦੇਵਗਿਰੀ ਵੱਲ ਵਧਿਆ ਸੀ। ਜੋ ਮਲਕ ਕਾਫੂਰ ਸੀ, ਜੋ ਰਾਣਾ ਕਰਨਦੇਵ ਸੀ, ਉਸਨੇ ਦੁਸ਼ਮਣਾਂ ਨੂੰ ਰੋਕਣ ਦੇ ਲਈ ਮਲਕ ਕਾਫੂਰ ਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ, ਪਰ ਉਹ ਬੁਰੀ ਤਰ੍ਹਾਂ ਹਾਰ ਗਿਆ। ਜੋ ਦੇਵਲ ਦੇਵੀ ਸੀ ਉਸਦੇ ਹਮਲਾਵਰਾਂ ਦੇ ਹੱਥਾਂ ਵਿੱਚ ਆ ਗਈ ਸੀ। ਉਸ ਨੂੰ ਦਿੱਲੀ ਭੇਜ ਦਿੱਤਾ ਗਿਆ, ਜਿੱਥੇ ਉਸ ਦਾ ਵਿਆਹ ਸੀ ਜਿਹੜਾ ਅਲਾਉਦੀਨ ਦੇ ਪੁੱਤਰ ਖਿਜ਼ਰ ਖਾਨ ਨਾਲ ਕਰ ਦਿੱਤਾ ਗਿਆ ਸੀ। ਹਾਂਜੀ, ਅੱਗੇ ਹੈ ਕਿ ਵਾਰੰਗਲ ਦੀ ਜਿੱਤ 1309 ਤੋਂ 1310 ਈਸਵੀ ਤੱਕ। ਜਿਵੇਂ ਉਹਨੇ ਪਹਿਲਾਂ ਅਲਾਉਦੀਨ ਖਲਜੀ ਨੇ ਦੇਵਗਿਰੀ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਹੌਸਲਾ ਮਿਲਿਆ ਉਸਨੂੰ, ਤਾਂ ਅਲਾਉਦੀਨ ਖਲਜੀ ਨੇ ਇਸ ਤੋਂ ਬਾਅਦ ਤੇਲੰਗਾਨਾ ਦਾ ਜਿਹੜਾ ਰਾਜ ਸੀ ਉਸ ਨੂੰ ਵਿਜੇ ਕਰਨ ਦਾ ਜਿਹੜੇ ਪਲਾਨ ਬਣਾਇਆ, ਜਿਸ ਦੀ ਰਾਜਧਾਨੀ ਸੀ ਜਿਹੜੀ ਵਾਰੰਗਲ ਸੀ। ਅਲਾਉਦੀਨ ਦੀ ਇਸ ਮੁਹਿੰਮ ਦਾ ਜਿਹੜਾ ਮੁੱਖ ਉਦੇਸ਼ ਸੀ ਕਿ ਤੇਲੰਗਾਨਾ ਨੂੰ ਉੱਤੇ ਅਧਿਕਾਰ ਕਰਨਾ ਨਹੀਂ ਸੀ, ਸਗੋਂ ਉੱਥੋਂ ਦੀ ਜਿਹੜੀ ਧਨ ਸੰਪੱਤੀ ਸੀ ਉਸ ਨੂੰ ਲੁੱਟਣਾ ਸੀ ਆਰਥਿਕ ਪੱਖੋਂ। ਸੁਲਤਾਨ ਦੇ ਆਦੇਸ਼ ਅਨੁਸਾਰ ਜੋ ਸ਼ਾਹੀ ਸੈਨਾ ਸੀ ਉਸਨੇ 31 ਅਕਤੂਬਰ 1309 ਈਸਵੀ ਨੂੰ ਮਲਕ ਕਾਫੂਰ ਦੀ ਅਗਵਾਈ ਹੇਠ ਦੱਖਣ ਦੇ ਵੱਲ ਕੂਚ ਕੀਤਾ ਸੀ, ਅਤੇ ਲੁੱਟਮਾਰ ਕਰਦੇ ਹੋਏ ਵਾਰੰਗਲ ਸੀ ਜਿਹੜੀ ਉਹ ਸੈਨਾ ਜਾ ਪਹੁੰਚੀ ਸੀ। ਉਸ ਸਮੇਂ ਸੀ ਜਿਹੜਾ ਪ੍ਰਤਾਪ ਰੁਦਰਦੇਵ ਉੱਥੋਂ ਦਾ ਰਾਜਾ ਸੀ ਵਾਰੰਗਲ ਦਾ। ਉਸਨੇ ਬੜੀ ਵੀਰਤਾ ਦੇ ਨਾਲ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ, ਪਰ ਉਹ ਜ਼ਿਆਦਾ ਸਮੇਂ ਤੱਕ ਉਹਨਾਂ ਦੇ ਸਾਹਮਣੇ ਜਿਹੜਾ ਟਿਕ ਨਾ ਸਕਿਆ, ਤਾਂ ਉਸ ਨੂੰ ਮਜਬੂਰ ਹੋ ਕੇ ਅੰਤ ਦੇ ਵਿੱਚ ਉਸਨੇ ਹਥਿਆਰ ਸੀ ਜਿਹੜੇ ਉਹ ਸੁੱਟ ਦਿੱਤੇ। ਸੁਲਤਾਨ ਦੀ ਜਿਹੜੀ ਅਧੀਨਤਾ ਹੈ ਅਲਾਉਦੀਨ ਖਿਲਜੀ ਦੀ ਸਵੀਕਾਰ ਕਰ ਲਈ। ਉਸਨੇ ਮਲਕ ਕਾਫੂਰ ਨੂੰ 100 ਹਾਥੀ, 700 ਘੋੜੇ ਅਤੇ ਭਾਰੀ ਧਨ ਰਾਸ਼ੀ ਦਿੱਤੀ ਸੀ, ਜਿਸ ਵਿੱਚ ਕੋਹਿਨੂਰ ਦਾ ਅਨਮੋਲ ਹੀਰਾ ਵੀ ਸ਼ਾਮਲ ਸੀ। ਤਾਂ ਨਾਲ ਹੀ ਜੋ ਅਲਾਉਦੀਨ ਖਿਲਜੀ ਹੈ ਉਸ ਨੂੰ ਅਧੀਨਤਾ ਦੇ ਚਿੰਨ੍ਹ ਦੇ ਰੂਪ ਵਿੱਚ ਉਸਨੇ ਆਪਣੀ ਇੱਕ ਸੋਨੇ ਦੀ ਮੂਰਤੀ ਵੀ ਭੇਜੀ ਸੀ ਪ੍ਰਤਾਪ ਰੁਦਰ ਦੇਵ ਨੇ, ਜੋ ਵਾਰੰਗਲ ਦਾ ਰਾਜਾ ਸੀ। ਤਾਂ ਜਿਸ ਦੇ ਗਲੇ ਉਸ ਮੂਰਤੀ ਦੇ ਗਲੇ ਦੇ ਵਿੱਚ ਇੱਕ ਸੋਨੇ ਦੀ ਜੰਜੀਰ ਸੀ। ਜੋ ਮਲਕ ਕਾਫੂਰ ਸੀ ਇਹ ਸਾਰੀ ਧਨ ਸੰਪੱਤੀ ਦੇ ਨਾਲ ਉਸ ਨੂੰ ਨਾਲ ਲੈ ਕੇ 23 ਜੂਨ 1310 ਨੂੰ ਦਿੱਲੀ ਵਾਪਸ ਪਹੁੰਚ ਗਿਆ ਸੀ। ਸੁਲਤਾਨ ਨੇ ਪ੍ਰਤਾਪ ਰੁਦਰਦੇਵ ਤੋਂ ਸਲਾਨਾ ਪ੍ਰਾਪਤ ਕਰ ਲੈਣ ਦੇ ਬਦਲੇ ਉਸ ਦਾ ਰਾਜ ਉਸ ਦੇ ਪਾਸ ਹੀ ਰਹਿਣ ਦਿੱਤਾ ਸੀ। ਅੱਗੇ ਹੈ ਕਿ ਦੁਆਰ ਸਮੁੰਦਰ ਦੀ ਜਿੱਤ 1310 ਤੋਂ 1311 ਈਸਵੀ ਤੱਕ। ਜਿੰਨਾ ਸੀ ਜਿਹੜਾ ਧਨ ਅਲਾਉਦੀਨ ਖਿਲਜੀ ਨੇ ਦੱਖਣ ਤੋਂ ਪ੍ਰਾਪਤ ਕੀਤਾ ਸੀ, ਉਨਾ ਹੀ ਉਸ ਦਾ ਲਾਲਚ ਹੈ ਜਿਹੜਾ ਹੋਰ ਵੱਧਦਾ ਗਿਆ। ਉਸ ਨੂੰ ਇਹ ਸੂਚਨਾ ਮਿਲੀ ਕਿ ਦੂਰ ਦੱਖਣ ਦੇ ਵਿੱਚ ਦੁਆਰ ਸਮੁੰਦਰ ਦਾ ਰਾਜ ਵੀ ਬਹੁਤ ਧਨਵਾਨ ਹੈ। ਤਾਂ ਇਸ ਤੋਂ ਬਾਅਦ ਨਵੰਬਰ 1310 ਦੇ ਵਿੱਚ ਅਲਾਉਦੀਨ ਖਿਲਜੀ ਨੇ ਮਲਕ ਕਾਫੂਰ ਨੂੰ ਇਸ ਰਾਜ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ। ਦੇਵਗਿਰੀ ਦੇ ਰਾਜੇ ਰਾਮ ਚੰਦਰ ਦੇਵ ਨੇ ਜੋ ਦੁਆਰ ਸਮੁੰਦਰ ਦੇ ਸ਼ਾਸਕ ਦਾ ਦੁਸ਼ਮਣ ਸੀ ਮਲਕ ਕਾਫੂਰ ਦੀ ਸਹਾਇਤਾ ਕੀਤੀ ਸੀ।
ਤਾਂ ਉਸਨੇ ਆਪਣੇ ਪਰਸ਼ੂਰਾਮ ਨਾਮਕ ਇੱਕ ਸੈਨਿਕ ਅਧਿਕਾਰੀ ਨੂੰ ਸ਼ਾਹੀ ਸੈਨਾ ਦੇ ਨਾਲ ਪਥ ਪ੍ਰਦਰਸ਼ਨ ਲਈ ਭੇਜ ਦਿੱਤਾ ਸੀ। ਤਾਂ ਇੱਥੇ 26 ਫਰਵਰੀ 1311 ਨੂੰ ਸ਼ਾਹੀ ਸੈਨਾ ਨੇ ਦੁਆਰ ਸਮੁੰਦਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਸੀ। ਉਸ ਸਮੇਂ ਜੋ ਦੁਆਰ ਸਮੁੰਦਰ ਦਾ ਸ਼ਾਸਕ ਉਹ ਵੀਰ ਬੰਬਾਲ ਤੀਜਾ ਸੀ, ਉਹਦੇ ਵਿੱਚ ਦੁਸ਼ਮਣਾਂ ਦਾ ਵਿਰੋਧ ਕਰਨ ਦੇ ਹਿੰਮਤ ਨਹੀਂ ਸੀ। ਉਸਨੇ ਉਹਨਾਂ ਨਾਲ ਸਮਝੌਤਾ ਕਰਨ ਦਾ ਮਨ ਬਣਾ ਲਿਆ। ਉਸਨੇ ਅਗਲੇ ਦਿਨ ਤੋਂ ਹੀ ਸਵੇਰੇ ਜੋ ਬਾਲਕ ਦੇਵ ਨਾਇਕ ਨੂੰ ਕੁਝ ਹੋਰ ਦੂਤਾਂ ਸਹਿਤ ਸ਼ਾਹੀ ਛਤਰ ਸਾਹਮਣੇ ਸਮਝੌਤੇ ਦੀ ਗੱਲਬਾਤ ਕਰਨ ਲਈ ਭੇਜ ਦਿੱਤਾ ਸੀ ਮਲਕ ਕਫੂਰ ਕੋਲ। ਤਾਂ ਫਿਰ ਉਹਨਾਂ ਨੇ ਮਲਕ ਕਫੂਰ ਨੂੰ ਕਿਹਾ ਕਿ ਵੀਰ ਬਬਾਲ ਸੁਲਤਾਨ ਦੀ ਅਧੀਨਗੀ ਸਵੀਕਾਰ ਕਰਨ ਤੇ ਆਪਣੀ ਸਾਰੀ ਧਨ ਦੌਲਤ, ਘੋੜੇ ਸੀ ਜਿਸ ਦੇ ਵਿੱਚ ਹਾਥੀ ਸੀ, ਉਹਨਾਂ ਨੂੰ ਦੇਣ ਨੂੰ ਤਿਆਰ ਹੈ। ਤਾਂ ਇਹ ਤੋਂ ਬਿਨਾਂ ਜੋ ਸੁਲਤਾਨ ਸੀ ਉਸ ਦੀ ਈਨਤਾ ਵਜੋਂ ਸਾਲਾਨਾ ਧਨ ਰਾਸ਼ੀ ਵੀ ਭੇਜਣ ਦੇ ਲਈ ਉਹ ਰਾਜ਼ੀ ਹੋ ਗਿਆ ਸੀ। ਜੋ ਮਲਕ ਕਫੂਰ ਸੀ ਉਹਨੇ ਇਹਨਾਂ ਸ਼ਰਤਾਂ ਨੂੰ ਮੰਨ ਲਿਆ ਸੀ, ਪਰ ਜੋ ਵੀਰ ਬੰਬਾਲ ਸੀ ਉਹ ਆਪ ਕਿਲੇ ਤੋਂ ਬਾਹਰ ਆਇਆ ਤਾਂ ਸ਼ਾਹੀ ਛਤਰ ਸਾਹਮਣੇ ਸਿਰ ਨਵਾਇਆ। ਉਸਨੇ ਇਹਨਾਂ ਦੀ ਅਧੀਨਤਾ ਜਿਹੜੀ ਸਵੀਕਾਰ ਕਰ ਲਈ ਸੀ। ਤਾਂ ਜਿਹੜੀ ਇਹ ਜਿੱਤ ਹੈ ਮਲਕ ਕਫੂਰ ਨੇ ਬਿਨਾਂ ਖੂਨ ਖਰਾਬੇ ਦੇ ਪ੍ਰਾਪਤ ਕਰ ਲਈ ਸੀ। ਅੱਗੇ ਕਿ ਮਦਰਾ ਦੀ ਜਿੱਤ 1311 ਦੇ ਵਿੱਚ, ਦੁਆਰ ਸਮੁੰਦਰ ਦੀ ਜਿੱਤ ਦੇ ਪਿੱਛੋਂ 1311 ਦੇ ਵਿੱਚ ਮਲਕ ਕਫੂਰ ਨੇ ਅੱਗੇ ਵੱਧ ਕੇ ਮਦਰਾ ਦੇ ਜੋ ਪਾਂਡੇ ਰਾਜ ਸੀ ਉਹਨਾਂ 'ਤੇ ਹਮਲਾ ਕਰ ਦਿੱਤਾ। ਉਸ ਸਮੇਂ ਦੇ ਵਿੱਚ ਰਾਜ ਦੇ ਵਿੱਚ ਸੁੰਦਰ ਪਾਂਡੇ ਅਤੇ ਵੀਰ ਪਾਂਡੇ ਦੋ ਵਿਅਕਤੀ ਸੀ, ਭਰਾ ਸੀ, ਜੋ ਰਾਜ ਗੱਦੀ ਲਈ ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਸੀ। ਜੋ ਮਲਕ ਕਫੂਰ ਹੈ ਉਸਨੇ ਇਸ ਹਾਲਾਤ ਦਾ ਲਾਭ ਉਠਾਉਂਦੇ ਹੋਏ ਸੁੰਦਰ ਪਾਂਡਿਆਂ ਨਾਲ ਜਿਹੜਾ ਗੱਠਜੋੜ ਕਰ ਲਿਆ ਸੀ। ਉਸ ਦੀ ਸਹਾਇਤਾ ਨਾਲ ਮਦਰਾ ਉੱਤੇ ਜਿਹੜੀ ਉਹ ਚੜ੍ਹਾਈ ਕਰ ਦਿੱਤੀ ਸੀ। ਜੋ ਵੀਰ ਪਾਂਡਿਆ ਸੀ ਸੁੰਦਰ ਪਾਂਡਿਆ ਦਾ ਭਰਾ, ਤਾਂ ਉਸ ਦੇ ਵਿੱਚ ਦੁਸ਼ਮਣਾਂ ਦਾ ਜੋ ਟਾਕਰਾ ਕਰਨ ਦਾ ਹਿੰਮਤ ਨਹੀਂ ਸੀ। ਉਹ ਆਪਣੇ ਪਰਿਵਾਰ ਸਮੇਤ ਰਾਜਧਾਨੀ ਤੋਂ ਭੱਜ ਗਿਆ ਸੀ ਜੋ ਵੀਰ ਪਾਂਡਿਆ ਸੀ। ਅੱਗੇ ਹੈ ਕਿ ਦੇਵਗਿਰੀ ਦੀ ਦੁਬਾਰਾ ਜਿੱਤ 1313 ਦੇ ਵਿੱਚ। 1306 ਤੋਂ 1312 ਤੱਕ ਦੇਵਗਿਰੀ ਦਾ ਜਿਹੜਾ ਸ਼ਾਸਕ ਸੀ ਉਹ ਰਾਮਚੰਦਰ ਸੁਲਤਾਨ ਸੀ। ਉਸਨੇ ਅਧੀਨਤਾ ਦੇ ਵਿੱਚ ਰਿਹਾ ਸੀ ਅਲਾਉਦੀਨ ਖਿਲਜੀ ਦੀ। ਪਰ 1312 ਦੇ ਵਿੱਚ ਉਸਦੀ ਮੌਤ ਹੋ ਜਾਣ ਤੋਂ ਬਾਅਦ ਉਸਦਾ ਪੁੱਤਰ ਸੀ ਜਿਹੜਾ ਸ਼ੰਕਰ ਦੇਵ ਉਹ ਰਾਜਗੱਦੀ ਉੱਤੇ ਬੈਠਾ। ਤਾਂ ਉਸਨੇ ਸੁਲਤਾਨ ਦੀ ਅਧੀਨਤਾ ਦੇ ਵਿੱਚ ਰਹਿਣਾ ਸਵੀਕਾਰ ਨਹੀਂ ਕੀਤਾ ਸੀ, ਜੋ ਰਾਮਚੰਦਰ ਦਾ ਪੁੱਤਰ ਸੀ। ਤਾਂ ਉਸਨੇ ਆਪਣੇ ਆਪ ਨੂੰ ਇੱਕ ਸੁਤੰਤਰ ਸ਼ਾਸਕ ਹੈ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਸੀ। ਤਾਂ ਅਲਾਉਦੀਨ ਖਿਲਜੀ ਹੈ ਜਿਹੜਾ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ, ਇਸ ਲਈ ਉਸਨੇ ਜੋ ਸ਼ੰਕਰ ਦੇਵ ਸੀ ਉਸਨੂੰ ਹਰਾਉਣ ਦਾ ਮਲਕ ਕਫੂਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਸੀ ਜਿਹੜੀ ਉਹ ਭੇਜੀ ਸੀ। ਤਾਂ ਸ਼ੰਕਰ ਦੇਵ ਨੇ ਵੀਰਤਾ ਦੇ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ, ਪਰ ਅੰਤ ਦੇ ਵਿੱਚ ਨਤੀਜਾ ਇਹ ਨਿਕਲਿਆ ਕਿ ਲੜਾਈ ਕਰਦਾ ਹੋਇਆ ਵੀਰਗਤੀ ਨੂੰ ਉਹ ਪ੍ਰਾਪਤ ਹੋ ਗਿਆ ਅਤੇ ਦੇਵਗਿਰੀ ਦਾ ਵੱਡਾ ਭਾਗ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਹ ਸੀ ਰਾਜੇ ਅਲਾਉਦੀਨ ਖਿਲਜੀ ਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ। ਧੰਨਵਾਦ।